हेलो स्टूडेंट्स, NSQF ਦੀ IT ट्रेड ਦੀ ऑनलाइन स्टडी ਵਿੱਚ ਆਪ ਸਭ ਦਾ ਸਵਾਗਤ ਹੈ। ਮੇਰਾ ਨਾਮ ਸ਼ਰੁਤੀ ਸ਼ਰਮਾ ਹੈ। ਮੈਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੱਲੂਪੋਤਾ ਵਿਖੇ ITs ਟ੍ਰੇਨਰ ਹਾਂ। ਅੱਜ ਅਸੀਂ 10ਵੀਂ ਕਲਾਸ ਲਈ ਇੰਪਲੋਏਬਿਲਿਟੀ ਸਕਿੱਲਸ ਪੜ੍ਹਾਂਗੇ। ਇੰਪਲੋਏਬਿਲਿਟੀ ਸਕਿੱਲਸ ਤੋਂ ਭਾਵ ਹੁੰਦਾ ਹੈ ਰੁਜ਼ਗਾਰ ਦੇ ਹੁਨਰ। इसका यूनिट नंबर 3 है इंफॉर्मेशन एंड कम्युनिकेशन टेक्नोलॉजी स्किल्स भाव जानकारी ਅਤੇ ਸੰਚਾਰ ਟੈਕਨੋਲੋਜੀ ਦੇ ਹੁਨਰ। ਅਸੀਂ ਇਸ ਯੂਨਿਟ ਦਾ ਸੈਸ਼ਨ ਨੰਬਰ 3 ਪੜਾਂਗੇ। ਕੰਪਿਊਟਰ ਕੇਅਰ ਐਂਡ ਮੇਨਟੇਨੈਂਸ, ਜਿਸ ਦਾ ਅਰਥ ਹੈ ਕੰਪਿਊਟਰ ਦੀ ਦੇਖਭਾਲ ਅਤੇ ਸਾਂਭ ਸੰਭਾਲ। ਇਸ ਸੈਸ਼ਨ ਵਿੱਚ ਅਸੀਂ ਸਿੱਖਾਂਗੇ ਕੰਪਿਊਟਰ ਦੀ ਦੇਖਭਾਲ ਅਤੇ ਸਾਂਭ ਸੰਭਾਲ ਕਿਉਂ ਜ਼ਰੂਰੀ ਹੈ, ਕੰਪਿਊਟਰ ਅਤੇ ਇਸ ਦੇ ਸਹਾਇਕ ਉਪਕਰਨਾਂ ਦੀ ਸਾਂਭ ਸੰਭਾਲ ਦੇ ਕੁਝ ਢੰਗ। ਸਭ ਤੋਂ ਪਹਿਲਾ ਢੰਗ ਹੈ ਕੰਪਿਊਟਰ ਦੇ ਸਹਾਇਕ ਯੰਤਰਾਂ ਦੀ ਸਾਫ਼ ਸਫਾਈ। ਕੰਪਿਊਟਰ ਦੀ ਸੰਭਾਲ ਕਰਨ ਲਈ ਸਮਾਂ ਸਾਰਣੀ ਤਿਆਰ ਕਰਨਾ, ਡਾਟੇ ਦਾ ਬੈਕਅਪ ਲੈਣਾ, ਵਾਇਰਸ ਸਕੈਨ ਅਤੇ ਨਸ਼ਟ ਕਰਨਾ, ਕੰਪਿਊਟਰ ਦੀ ਕਾਰਜਕੁਸ਼ਲਤਾ ਨੂੰ ਵਧਾਉਣਾ, ਕੰਪਿਊਟਰ ਤੋਂ ਸਪੈਮ ਮਿਟਾਉਣਾ ਅਤੇ ਅਖੀਰ ਅਸੀਂ ਹੱਲ ਕਰਾਂਗੇ ਅਭਿਆਸ ਦੇ ਕੁਝ ਪ੍ਰਸ਼ਨ। ਆਓ ਸ਼ੁਰੂ ਕਰਦੇ ਹਾਂ। ਇੰਪੋਰਟੈਂਸ ਆਫ ਕੇਅਰ ਐਂਡ ਮੇਨਟੇਨੈਂਸ ਆਫ ਕੰਪਿਊਟਰ। ਕੰਪਿਊਟਰ ਦੀ ਦੇਖਭਾਲ ਅਤੇ ਰੱਖ ਰਖਾਵ ਕਿਉਂ ਜ਼ਰੂਰੀ ਹੈ, ਆਓ ਇਸ ਦੇ ਬਾਰੇ ਜਾਣਦੇ ਹਾਂ। ਟੈਕਨੋਲੋਜੀ ਦੇ ਆਧੁਨਿਕ ਯੁੱਗ ਵਿੱਚ ਕੰਪਿਊਟਰਸ ਮਨੁੱਖੀ ਜੀਵਨ ਦਾ ਮੁੱਖ ਹਿੱਸਾ ਹਨ। ਸਾਡੇ ਘਰਾਂ, ਦਫ਼ਤਰਾਂ, ਹਸਪਤਾਲਾਂ, ਬੈਂਕਾਂ, ਰੇਲਵੇ ਸਟੇਸ਼ਨਾਂ, ਹਵਾਈ ਅੱਡਿਆਂ, ਵਿਸ਼ਲੇਸ਼ਣ ਕੇਂਦਰਾਂ, ਵਿਦਿਅਕ ਅਤੇ ਸਰਕਾਰੀ ਅਦਾਰਿਆਂ, ਗ੍ਰਾਫਿਕਸ ਅਤੇ ਹੋਰ ਬਹੁਤ ਸਾਰੇ ਖੇਤਰਾਂ ਵਿੱਚ ਕੰਪਿਊਟਰਸ ਵਰਤੇ ਜਾਂਦੇ ਹਨ। ਅਸੀਂ ਆਸਾਨੀ ਨਾਲ ਇਸ ਗੱਲ ਦਾ ਅੰਦਾਜ਼ਾ ਲਗਾ ਸਕਦੇ ਹਾਂ ਕਿ ਜੇਕਰ ਇਹਨਾਂ ਜ਼ਰੂਰੀ ਕੰਮਾਂ ਨੂੰ ਕਰਦੇ ਸਮੇਂ ਸਾਡਾ ਕੰਪਿਊਟਰ ਅਚਾਨਕ ਬੰਦ ਪੈ ਜਾਵੇ ਜਾਂ ਖਰਾਬ ਹੋ ਜਾਵੇ ਤਾਂ ਸਾਡਾ ਕਿੰਨਾ ਕੰਮ ਅਤੇ ਸਮਾਂ ਬਰਬਾਦ ਹੋ ਸਕਦਾ ਹੈ। ਇਸ ਲਈ ਕੰਪਿਊਟਰ ਦੀ ਦੇਖਭਾਲ ਅਤੇ ਸਾਂਭ ਸੰਭਾਲ ਜ਼ਰੂਰੀ ਹੈ। ਜੇਕਰ ਅਸੀਂ ਕੀਬੋਰਡ ਜਾਂ ਮਾਊਸ ਦੀ ਗੱਲ ਕਰੀਏ ਤਾਂ ਅਸੀਂ ਆਮ ਤੌਰ ਤੇ ਇਹਨਾਂ ਬਾਹਰੀ ਉਪਕਰਨਾਂ ਦੀ ਸਾਫ਼ ਸਫਾਈ ਨੂੰ ਨਜ਼ਰਅੰਦਾਜ਼ ਕਰ ਦਿੰਦੇ ਹਾਂ, ਕਿਉਂਕਿ ਇਹ ਯੰਤਰ ਸਸਤੇ ਹੁੰਦੇ ਹਨ ਤੇ ਸਾਨੂੰ ਨਵਾਂ ਮਾਊਸ ਜਾਂ ਕੀਬੋਰਡ ਖਰੀਦਣਾ ਔਖਾ ਨਹੀਂ ਲੱਗਦਾ। ਪਰ ਤਬਦੀਲੀ ਹਮੇਸ਼ਾ ਹੱਲ ਨਹੀਂ ਹੁੰਦਾ। ਕਈ ਵਾਰ ਸਾਨੂੰ ਸਮੇਂ ਤੇ ਸਹੀ ਮਾਡਲ ਨੰਬਰ ਦਾ ਡਿਵਾਈਸ ਉਪਲਬਧ ਨਹੀਂ ਹੁੰਦਾ, ਜਦਕਿ ਇਹਨਾਂ ਦੀ ਸਾਂਭ ਸੰਭਾਲ ਕਰਕੇ ਇਹਨਾਂ ਨੂੰ ਲੰਬੇ ਸਮੇਂ ਤੱਕ ਵਰਤਿਆ ਜਾ ਸਕਦਾ ਹੈ। ਇਹ ਕੋਈ ਔਖਾ ਕੰਮ ਨਹੀਂ ਹੈ। ਕੰਪਿਊਟਰ ਇੱਕ ਇਲੈਕਟ੍ਰੋਨਿਕ ਮਸ਼ੀਨ ਹੈ ਅਤੇ ਮਹਿੰਗੀ ਮਸ਼ੀਨ ਹੈ। ਕਿਸੇ ਵੀ ਪਰੇਸ਼ਾਨੀ ਤੋਂ ਬਚਣ ਲਈ ਆਓ ਜਾਣਦੇ ਹਾਂ ਇਸ ਦੀ ਸੁਰੱਖਿਆ ਦੇ ਕੁਝ ਢੰਗ, ਜੋ ਕਿ ਨਿਯਮਿਤ ਤੌਰ ਤੇ ਜਾਂ ਸਮਾਂ ਸੂਚੀ ਬਣਾ ਕੇ ਥੋੜੇ ਸਮੇਂ ਦੇ ਅੰਤਰਾਲ ਤੇ ਵਰਤੇ ਜਾ ਸਕਦੇ ਹਨ, ਤਾਂ ਕਿ ਅਸੀਂ ਕਿਸੇ ਨਾਜਾਇਜ਼ ਖਰਚੇ ਤੋਂ ਬਚ ਸਕੀਏ। ਕੀਬੋਰਡ ਅਕਸਰ ਹੀ ਇਗਨੋਰ ਕੀਤਾ ਜਾਣ ਵਾਲਾ ਭਾਗ ਹੈ, ਪਰ ਜੇਕਰ ਇਸ ਦੀ ਪ੍ਰੋਪਰ ਕੇਅਰ ਕੀਤੀ ਜਾਵੇ ਤਾਂ ਲਾਈਫ ਟਾਈਮ ਇਸ ਨੂੰ ਕੋਈ ਨੁਕਸਾਨ ਨਹੀਂ ਹੁੰਦਾ ਅਤੇ ਇਹ ਚੰਗੀ ਤਰ੍ਹਾਂ ਕੰਮ ਕਰਦਾ ਹੈ। ਇਸ ਦੀ ਰੱਖ ਰਖਾਵ ਲਈ ਜ਼ਰੂਰੀ ਹੈ ਕਿ ਅਸੀਂ ਕੀਬੋਰਡ ਨੇੜੇ ਕੋਈ ਵੀ ਖਾਣ ਪੀਣ ਦੀ ਸਮੱਗਰੀ ਨਾ ਰੱਖੀਏ। ਜੇਕਰ ਕੋਈ ਵੀ ਬਰੀਕ ਟੁਕੜਾ ਇਸ ਵਿੱਚ ਫਸ ਜਾਵੇ ਜਾਂ ਕੋਈ ਪੀਣ ਵਾਲੀ ਚੀਜ਼ ਇਸ ਤੇ ਡੁੱਲ ਜਾਏ ਤਾਂ ਇਸ ਨੂੰ ਨੁਕਸਾਨ ਪਹੁੰਚਾ ਸਕਦੀ ਹੈ। ਜੇਕਰ ਕੀਬੋਰਡ ਦੇ ਕੀਜ਼ ਵਿੱਚ ਕੁਝ ਫਸ ਜਾਵੇ ਤਾਂ ਕੀਬੋਰਡ ਦੇ ਕੀਜ਼ ਕੰਮ ਕਰਨਾ ਬੰਦ ਕਰ ਦਿੰਦੇ ਹਨ ਅਤੇ ਜੇਕਰ ਇਸ ਦੇ ਉੱਪਰ ਕੋਈ ਚੀਜ਼ ਡੁੱਲ ਜਾਵੇ ਤਾਂ ਵੀ ਇਸ ਨੂੰ ਨੁਕਸਾਨ ਹੁੰਦਾ ਹੈ, ਕਿਉਂਕਿ ਕੰਪਿਊਟਰ ਇੱਕ ਇਲੈਕਟ੍ਰੋਨਿਕ ਡਿਵਾਈਸ ਹੈ, ਇਸ ਲਈ ਇਸ ਦੇ ਸੜ ਜਾਣ ਦਾ ਖਤਰਾ ਹੁੰਦਾ ਹੈ। ਕੀਬੋਰਡ ਨੂੰ ਧੂੜ ਮਿੱਟੀ ਤੋਂ ਬਚਾਉਣਾ ਵੀ ਉਨਾ ਹੀ ਜ਼ਰੂਰੀ ਹੈ। ਇਸ ਲਈ ਇੱਕ ਸੌਫਟ ਬ੍ਰਸ਼ ਲੈ ਕੇ ਇਸ ਨੂੰ ਸਮੇਂ-ਸਮੇਂ ਤੇ ਧੂੜ ਦੇ ਕਣਾਂ ਤੋਂ ਬਚਾਉਂਦੇ ਰਹਿਣਾ ਚਾਹੀਦਾ ਹੈ। ਵਰਤੋਂ ਕਰਨ ਤੋਂ ਬਾਅਦ
ਇਸ ਨੂੰ ਕਿਸੇ ਕੱਪੜੇ ਨਾਲ ਜਾਂ ਫਿਰ ਪਲਾਸਟਿਕ ਸ਼ੀਟ ਨਾਲ ਢੱਕ ਦੇਣਾ ਚਾਹੀਦਾ ਹੈ। ਆਓ ਜਾਣਦੇ ਹਾਂ ਕੰਪਿਊਟਰ ਮੋਨੀਟਰ ਨੂੰ ਕਿਵੇਂ ਸਾਫ਼ ਕਰੀਏ। ਸਕਰੀਨ ਨੂੰ ਸਾਫ਼ ਕਰਨ ਲਈ ਸੁੱਕੇ ਕੱਪੜੇ ਦੀ ਵਰਤੋਂ ਕਰੋ। ਯਾਦ ਰੱਖੋ, ਕੰਪਿਊਟਰ ਇੱਕ ਬਿਜਲੀ ਵਾਲਾ ਯੰਤਰ ਹੈ। ਹਮੇਸ਼ਾ ਹੀ ਕੰਪਿਊਟਰ ਦੇ ਭਾਗਾਂ ਨੂੰ ਸਾਫ਼ ਕਰਨ ਤੋਂ ਪਹਿਲਾਂ ਬਿਜਲੀ ਸਪਲਾਈ ਬੰਦ ਕਰ ਦਿਓ। ਕੰਪਿਊਟਰ ਸਕਰੀਨ ਨੂੰ ਧੂੜ ਅਤੇ ਉਂਗਲੀਆਂ ਦੇ ਨਿਸ਼ਾਨ ਤੋਂ ਸਾਫ਼ ਰੱਖੋ। ਭੋਜਨ ਅਤੇ ਤਰਲ ਪਦਾਰਥਾਂ ਨੂੰ ਕੰਪਿਊਟਰ ਤੋਂ ਦੂਰ ਰੱਖੋ। ਯਾਦ ਰੱਖੋ, ਇਸ ਬਿਜਲਈ ਉਪਕਰਨ ਤੇ ਜੇਕਰ ਕੋਈ ਵੀ ਤਰਲ ਪਦਾਰਥ ਡੁੱਲ ਜਾਏ ਤਾਂ ਕਈ ਵਾਰ ਮਸ਼ੀਨ ਸੜ ਜਾਂਦੀ ਹੈ, ਜਿਸ ਦੀ ਰਿਪੇਅਰ ਵੀ ਨਹੀਂ ਹੁੰਦੀ ਅਤੇ ਇਸ ਨੂੰ ਬਦਲਣ ਲਈ ਪੈਸੇ ਖਰਚਣੇ ਪੈ ਸਕਦੇ ਹਨ ਤੇ ਕਈ ਵਾਰ ਬਦਲਣਾ ਸੰਭਵ ਵੀ ਨਹੀਂ ਹੁੰਦਾ ਕਿਉਂਕਿ ਕਈ ਵਾਰ ਸੇਮ ਮਾਡਲ ਦਾ ਡਿਵਾਈਸ ਉਪਲਬਧ ਨਹੀਂ ਹੁੰਦਾ। ਕੰਪਿਊਟਰ ਲੈਪਟਾਪ ਨੂੰ ਹਮੇਸ਼ਾ ਹੀ ਸੰਭਾਲ ਕੇ ਉਠਾਓ ਜਾਂ ਖਿਸਕਾਓ। ਕਿਸੇ ਵੀ ਕੰਪਿਊਟਰ ਲੈਪਟਾਪ ਨੂੰ ਚੁੱਕਣ ਸਮੇਂ ਧਿਆਨ ਰੱਖੋ ਕਿ ਉਸਦੇ ਕਿਸੇ ਵੀ ਹਿੱਸੇ ਨੂੰ ਕੋਈ ਝਟਕਾ ਨਾ ਲੱਗੇ, ਕਿਉਂਕਿ ਕਈ ਵਾਰ ਹਲਕੇ ਝਟਕੇ ਜਾਂ ਟਕਰਾਵ ਨਾਲ ਬਾਹਰੀ ਹੀ ਨਹੀਂ ਅੰਦਰੂਨੀ ਤੌਰ ਤੇ ਵੀ ਮਸ਼ੀਨ ਨੂੰ ਨੁਕਸਾਨ ਪਹੁੰਚਦਾ ਹੈ। ਬਾਹਰੀ ਤੌਰ ਤੇ ਜਿਵੇਂ ਕਿ ਸਕਰੀਨ ਵਿੱਚ ਤਰੇੜ ਆ ਜਾਣਾ ਤੇ ਅੰਦਰੂਨੀ ਤੌਰ ਤੇ ਹਾਰਡ ਡਿਸਕ ਨੂੰ ਨੁਕਸਾਨ ਹੋ ਸਕਦਾ ਹੈ। ਇਸ ਤੋਂ ਬਚਣ ਲਈ ਹਮੇਸ਼ਾ ਹੀ ਲੈਪਟਾਪ ਨੂੰ ਲੈਪਟਾਪ ਬੈਗ ਵਿੱਚ ਰੱਖ ਕੇ ਲਿਜਾਣਾ ਲਿਆਣਾ ਚਾਹੀਦਾ ਹੈ। ਕੰਪਿਊਟਰ ਨੂੰ ਠੰਡਾ ਰੱਖੋ। ਜੇਕਰ ਕੰਪਿਊਟਰ, ਲੈਪਟਾਪ ਜਾਂ ਮੋਬਾਈਲ ਓਵਰਹੀਟ ਜਾਂ ਵਾਧੂ ਗਰਮ ਹੋ ਜਾਂਦਾ ਹੈ ਤਾਂ ਉਸ ਦੇ ਅੰਦਰੂਨੀ ਹਿੱਸੇ ਸੜ ਸਕਦੇ ਹਨ। ਇਸ ਲਈ CPU ਵਿੱਚ ਇੱਕ ਫੈਨ ਲੱਗਾ ਹੁੰਦਾ ਹੈ ਜੋ ਐਗਜ਼ੌਸਟ ਦੀ ਤਰ੍ਹਾਂ ਕੰਮ ਕਰਦਾ ਹੈ, ਅੰਦਰ ਦੀ ਗਰਮਾਹਟ ਨੂੰ ਬਾਹਰ ਕੱਢਦਾ ਹੈ। ਇਸ ਲਈ ਖਿਆਲ ਰੱਖੋ ਕਿ ਲੈਪਟਾਪ ਕੰਪਿਊਟਰ ਦਾ ਪੱਖਾ ਕੰਮ ਕਰਦਾ ਹੋਵੇ। ਕਦੇ ਵੀ ਲੈਪਟਾਪ ਨੂੰ ਬੈੱਡ ਤੇ ਲੈ ਕੇ ਬੈਠਣ ਤੋਂ ਪਹਿਲਾਂ ਬੈੱਡ ਤੇ ਲੈ ਕੇ ਵਰਤਣ ਵੇਲੇ ਖਿਆਲ ਰੱਖੋ ਕਿ ਫੈਨ ਕਵਰ ਨਾ ਹੋਵੇ। ਕਦੇ ਵੀ ਕੰਪਿਊਟਰ, ਲੈਪਟਾਪ ਬੰਦ ਕਾਰ ਜਾਂ ਸੂਰਜ ਦੀ ਰੋਸ਼ਨੀ ਵਿੱਚ ਨਾ ਰੱਖੋ। ਤੁਸੀਂ ਬਾਹਰੀ ਤੌਰ ਤੇ ਵੀ ਪੱਖਾ ਲਗਾ ਸਕਦੇ ਹੋ, ਜਿਵੇਂ ਕਿ ਇਮੇਜ ਵਿੱਚ ਦਿਖਾਇਆ ਗਿਆ ਹੈ। ਇਸ ਨੂੰ ਐਕਸਟਰਨਲ ਫੈਨ ਕਹਿੰਦੇ ਹਨ, ਜੋ ਕਿ ਕੰਪਿਊਟਰ ਅਤੇ ਲੈਪਟਾਪ ਵਿੱਚ ਲਗਾਇਆ ਜਾਂਦਾ ਹੈ। ਜੇਕਰ ਕੰਪਿਊਟਰ ਜਾਂ ਲੈਪਟਾਪ ਦਾ ਆਪਣਾ ਐਗਜ਼ੌਸਟ ਇੰਟਰਨਲ ਪੱਖਾ ਕੰਮ ਨਾ ਕਰੇ ਤਾਂ ਬੈਟਰੀ ਨੂੰ ਵਾਧੂ ਚਾਰਜ ਨਾ ਕਰੋ। ਬੈਟਰੀ ਚਾਰਜ ਹੋਣ ਤੋਂ ਬਾਅਦ ਵੀ ਜੇਕਰ ਤੁਸੀਂ ਉਸ ਨੂੰ ਪਲੱਗ ਲੱਗਾ ਰਹਿਣ ਦਿੰਦੇ ਹੋ ਤਾਂ ਉਹ ਓਵਰਹੀਟ ਹੋ ਜਾਂਦਾ ਹੈ। ਇਸ ਨਾਲ ਬੈਟਰੀ ਲਾਈਫ ਘਟਦੀ ਹੈ। ਹਮੇਸ਼ਾ ਹੀ ਬੈਟਰੀ ਚਾਰਜ ਹੋਣ ਤੇ ਸਵਿਚ ਨੂੰ ਪਲੱਗ ਵਿੱਚੋਂ ਕੱਢ ਦੇਣਾ ਚਾਹੀਦਾ ਹੈ। ਜੇਕਰ ਕੋਈ ਡਿਵਾਈਸ ਕੰਪਿਊਟਰ ਜਾਂ ਲੈਪਟਾਪ ਵਿੱਚ ਪਲੱਗ ਇਨ ਕੀਤਾ ਜਾ ਰਿਹਾ ਹੈ ਤਾਂ ਧਿਆਨ ਰੱਖੋ ਉਸ ਨੂੰ ਧੱਕੇ ਨਾਲ ਉਸ ਸਲੌਟ ਵਿੱਚ ਫਸਾਉਣ ਦੀ ਕੋਸ਼ਿਸ਼ ਨਾ ਕਰੋ। ਜੇਕਰ ਕੋਈ ਪੈਨ ਡਰਾਈਵ, ਮਾਊਸ, ਕੀਬੋਰਡ, ਸਪੀਕਰ ਅਟੈਚ ਨਹੀਂ ਹੋ ਰਿਹਾ ਤਾਂ ਉਸ ਦੀ ਡਾਇਰੈਕਸ਼ਨ ਚੇਂਜ ਕਰਕੇ ਟਰਾਈ ਕਰਨਾ ਚਾਹੀਦਾ ਹੈ। ਧੱਕਾ ਕਰਨ ਨਾਲ ਸਲੌਟ ਵਿਚਲੀਆਂ ਪਿੰਸ ਧੱਸ ਸਕਦੀਆਂ ਹਨ, ਜਿਸ ਨਾਲ ਉਹ ਕੰਮ ਕਰਨਾ ਬੰਦ ਕਰ ਦੇਣਗੀਆਂ। ਬੇਸ਼ੱਕ ਕੰਪਿਊਟਰ ਇੱਕ ਮਲਟੀਟਾਸਕਰ ਹੈ, ਫਿਰ ਵੀ ਬਹੁਤ ਸਾਰੇ ਪ੍ਰੋਗਰਾਮ ਇੱਕੋ ਸਮੇਂ ਤੇ ਨਾ ਚਲਾਓ। ਇਸ ਨਾਲ ਕੰਪਿਊਟਰ ਸਲੋ ਹੋ ਜਾਂਦਾ ਹੈ ਤੇ ਕਈ ਵਾਰ ਬੰਦ ਵੀ ਹੋ ਜਾਂਦਾ ਹੈ। ਜੇਕਰ ਕੋਈ ਪ੍ਰੋਗਰਾਮ ਨਹੀਂ ਯੂਜ਼ ਕਰ ਰਹੇ ਹੋ ਤਾਂ ਉਸ ਨੂੰ ਬੰਦ ਕਰ ਦੇਣਾ ਚਾਹੀਦਾ ਹੈ। ਇਸ ਤਰ੍ਹਾਂ ਕਰਨ ਨਾਲ ਤੁਹਾਡਾ ਉਸ ਸਮੇਂ ਚੱਲ ਰਿਹਾ ਕੰਮ ਵਧੀਆ ਢੰਗ ਨਾਲ ਹੋ ਪਾਏਗਾ। ਆਓ ਜਾਣੀਏ ਅਨਨੈਸੈਸਰੀ ਫਾਈਲਸ ਐਂਡ ਡੇਟਾ, ਮਤਲਬ ਕਿ ਬੇਲੋੜੀਆਂ ਫਾਈਲਸ ਅਤੇ ਡਾਟਾ ਇਕੱਠੇ ਹੋਣ ਤੇ ਕੀ ਹੁੰਦਾ ਹੈ। ਸਾਡੇ PC ਵਿੱਚ ਕੁਝ ਥੋੜੇ ਸਮੇਂ ਲਈ ਲੋੜੀਂਦੀਆਂ ਫਾਈਲਸ, ਜਿਨ੍ਹਾਂ ਨੂੰ ਅਸੀਂ ਟੈਂਪਰੇਰੀ ਫਾਈਲਸ ਕਹਿੰਦੇ ਹਾਂ, ਪਈਆਂ ਰਹਿੰਦੀਆਂ ਹਨ। ਸਪੋਜ਼ ਤੁਸੀਂ ਕਿਸੇ ਡਾਕੂਮੈਂਟ ਲਈ ਕੋਈ ਇਮੇਜ ਡਾਊਨਲੋਡ ਕੀਤੀ ਸੀ ਤੇ ਰੈਫਰੈਂਸ ਲਈ ਕੋਈ ਆਰਟੀਕਲ ਡਾਊਨਲੋਡ ਕੀਤਾ ਸੀ ਜਿਸ ਦਾ ਕੰਮ ਖਤਮ ਹੋ ਚੁੱਕਾ ਹੈ। ਫਿਰ ਉਸ ਨੂੰ PC ਵਿੱਚ ਰੱਖ ਕੇ ਕੋਈ ਫਾਇਦਾ ਨਹੀਂ ਹੁੰਦਾ। ਇਹ ਹਾਰਡ ਡਿਸਕ ਸਪੇਸ ਯੂਜ਼ ਕਰਦੀਆਂ ਹਨ। ਜਿੰਨਾ ਹਾਰਡ ਡਿਸਕ ਤੇ ਲੋਡ ਹੋਵੇਗਾ ਉਨਾ ਹੀ PC ਸਲੋ ਕੰਮ ਕਰੇਗਾ। ਇਸ ਲਈ ਇਹਨਾਂ ਬੇਲੋੜੀਆਂ ਫਾਈਲਸ ਨੂੰ ਡਿਲੀਟ ਕਰਦੇ ਰਹਿਣਾ ਚਾਹੀਦਾ ਹੈ। ਉਵੇਂ ਹੀ ਕੁਝ ਅਨਨੈਸੈਸਰੀ ਫਾਈਲਸ, ਟੈਂਪਰੇਰੀ ਫਾਈਲਸ ਉਦੋਂ ਸਾਡੇ PC ਵਿੱਚ ਹੁੰਦੀਆਂ ਹਨ ਜਦ ਵੀ ਅਸੀਂ ਕੁਝ ਡਾਊਨਲੋਡ ਕਰਦੇ ਹਾਂ, ਜਿਵੇਂ ਕਿ ਕੋਈ ਸੌਫਟਵੇਅਰ ਜਾਂ ਇੰਟਰਨੈਟ ਤੋਂ ਕੋਈ ਫਾਈਲ। ਇਹ ਫਾਈਲਸ ਸਿੱਧੀਆਂ ਸਪਸ਼ਟ ਨਹੀਂ ਲੱਭਦੀਆਂ ਤੇ ਨਾ ਹੀ ਪਤਾ ਚੱਲਦਾ ਹੈ ਕਿ ਇਹ ਜ਼ਰੂਰੀ ਹਨ ਜਾਂ ਗੈਰ ਜ਼ਰੂਰੀ।
ਜੋ ਅਸੀਂ ਡਾਊਨਲੋਡ ਕਰਦੇ ਹਾਂ ਉਸ ਨੂੰ ਅਸੀਂ ਆਪ ਡਿਲੀਟ ਕਰ ਸਕਦੇ ਹਾਂ, ਪਰ ਇਹਨਾਂ ਫਾਈਲਸ ਲਈ ਡਿਸਕ ਕਲੀਨਰ ਸੌਫਟਵੇਅਰ ਹੁੰਦੇ ਹਨ ਜੋ ਹਾਰਡ ਡਿਸਕ ਕਲੀਨ ਕਰਕੇ ਉਸ ਨੂੰ ਰੀਫਰੈਸ਼ ਕਰ ਦਿੰਦੇ ਹਨ। ਕੰਪਿਊਟਰ ਨੂੰ ਸੁਚਾਰੂ ਢੰਗ ਨਾਲ ਚਲਾਏ ਰੱਖਣ ਲਈ ਇਸ ਦੀ ਸਾਂਭ ਸੰਭਾਲ ਕਿੰਨੀ ਜ਼ਰੂਰੀ ਹੈ ਅਤੇ ਕਿਵੇਂ ਕਰਨੀ ਹੈ, ਇਹ ਅਸੀਂ ਪੜ੍ਹ ਚੁੱਕੇ ਹਾਂ। ਆਓ ਹੁਣ ਜਾਣਦੇ ਹਾਂ ਕਿ ਇਸ ਦੀ ਸਮਾਂ ਸੂਚੀ ਬਣਾ ਕੇ ਕਿਵੇਂ ਵਧੀਆ ਢੰਗ ਨਾਲ ਇਸ ਕੰਮ ਨੂੰ ਸਾਕਾਰ ਕਰ ਸਕਦੇ ਹਾਂ। ਡੇਲੀ ਮੇਨਟੇਨੈਂਸ, ਹਰ ਰੋਜ਼ ਕਰਨ ਵਾਲੇ ਕੰਮ। ਆਪਣੇ ਈਮੇਲ ਇਨਬਾਕਸ ਨੂੰ ਕਲੀਨ ਕਰੋ। ਈਮੇਲ ਅਟੈਚਮੈਂਟਸ ਨੂੰ ਡਾਊਨਲੋਡ ਕਰਕੇ ਫੋਲਡਰਸ ਵਿੱਚ ਸੇਵ ਕਰੋ। ਵੀਕਲੀ ਮੇਨਟੇਨੈਂਸ, ਹਫ਼ਤੇ ਵਿੱਚ ਕਰਨ ਵਾਲੇ ਕੰਮ। ਕੀਬੋਰਡ ਕਲੀਨ ਕਰੋ। ਜਿਵੇਂ ਕਿ ਪਹਿਲਾਂ ਦੱਸਿਆ ਹੈ ਕਿ ਸੌਫਟ ਬ੍ਰਸ਼ ਨਾਲ ਕੀਬੋਰਡ ਨੂੰ ਆਸਾਨੀ ਨਾਲ ਸਾਫ਼ ਕੀਤਾ ਜਾ ਸਕਦਾ ਹੈ, ਉਵੇਂ ਹੀ ਆਪਣੇ ਮੋਨੀਟਰ, CPU ਅਤੇ ਪ੍ਰਿੰਟਰ ਨੂੰ ਸਾਫ਼ ਕੱਪੜੇ ਨਾਲ ਸਾਫ਼ ਕਰੋ। ਆਪਣੇ ਜ਼ਰੂਰੀ ਡੇਟਾ ਦਾ ਬੈਕਅਪ ਕਿਸੇ ਐਕਸਟਰਨਲ ਡਰਾਈਵ ਵਿੱਚ ਲੈ ਲਵੋ। ਐਕਸਟਰਨਲ ਡਰਾਈਵ ਕੀ ਹੁੰਦੀ ਹੈ? ਐਕਸਟਰਨਲ ਡਰਾਈਵ ਇੱਕ ਐਕਸਟਰਨਲ ਸਟੋਰੇਜ ਡਿਵਾਈਸ ਹੁੰਦਾ ਹੈ। ਮਤਲਬ ਕਿ ਜਿਵੇਂ ਤੁਸੀਂ ਕੰਪਿਊਟਰ ਵਿੱਚ ਆਪਣਾ ਡੇਟਾ ਸੇਵ ਕਰਦੇ ਹੋ, ਉਵੇਂ ਹੀ ਐਕਸਟਰਨਲ ਡਰਾਈਵ ਦੇ ਉੱਪਰ ਵੀ ਆਪਣਾ ਡੇਟਾ ਸੇਵ ਕਰ ਸਕਦੇ ਹੋ। ਜ਼ਿਆਦਾਤਰ ਲੋਕ ਆਪਣੀ ਵਿਆਹ ਦੀਆਂ ਮੂਵੀਜ਼ ਨੂੰ ਐਕਸਟਰਨਲ ਡਿਸਕ ਡਰਾਈਵ ਦੇ ਉੱਪਰ ਸੰਭਾਲ ਕੇ ਰੱਖਦੇ ਹਨ, ਤਾਂ ਕਿ ਇਨ ਕੇਸ ਜੇਕਰ ਤੁਹਾਡਾ ਕੰਪਿਊਟਰ ਖਰਾਬ ਹੋ ਜਾਵੇ ਤਾਂ ਮੂਵੀ ਕਰਪਟ ਨਾ ਹੋਵੇ। ਇੱਕ ਕੰਪਨੀ ਆਪਣੇ ਬਿਜ਼ਨਸ ਦੇ ਡੇਟਾ ਦਾ ਬੈਕਅਪ ਲੈ ਕੇ ਰੱਖਦੀ ਹੈ। ਅੱਜਕੱਲ ਆਨਲਾਈਨ ਬੈਕਅਪ ਦੀ ਫੈਸਿਲਿਟੀ ਵੀ ਉਪਲਬਧ ਹੈ, ਜਿਸ ਵਿੱਚ ਤੁਸੀਂ ਆਪਣੇ ਡੇਟਾ ਲਈ ਆਨਲਾਈਨ ਸਪੇਸ ਖਰੀਦਦੇ ਹੋ, ਜੋ ਕਿ ਡੇਟਾ ਨੂੰ ਸਦੀਵੀ ਸੇਵ ਕਰਕੇ ਰੱਖਣ ਲਈ ਇੱਕ ਵਧੀਆ ਆਪਸ਼ਨ ਹੈ। ਮੰਥਲੀ ਮੇਨਟੇਨੈਂਸ, ਮਹੀਨੇਵਾਰ ਕਰਨ ਵਾਲੇ ਕੰਮ। ਫੋਟੋਗ੍ਰਾਫਸ ਨੂੰ ਕੰਪਿਊਟਰ ਵਿੱਚ ਟ੍ਰਾਂਸਫਰ ਕਰਕੇ ਪੈਨ ਡਰਾਈਵ ਵਿੱਚੋਂ ਡਿਲੀਟ ਕਰ ਦਿਓ। ਕਾਮਨਲੀ ਅਸੀਂ ਪੈਨ ਡਰਾਈਵ ਯੂਜ਼ ਕਰਦੇ ਹਾਂ ਡੇਟਾ ਟ੍ਰਾਂਸਫਰ ਕਰਨ ਲਈ। ਇਸ ਦਾ ਫਾਇਦਾ ਵੀ ਹੈ ਤੇ ਨੁਕਸਾਨ ਵੀ। ਭਾਵ ਜਦੋਂ ਅਸੀਂ ਡੇਟਾ ਟ੍ਰਾਂਸਫਰ ਕਰਦੇ ਹਾਂ ਤਾਂ ਅਲੱਗ-ਅਲੱਗ ਕੰਪਿਊਟਰਸ ਨਾਲ ਅਟੈਚ ਹੋਣ ਕਾਰਨ ਕਈ ਵਾਰ ਪੈਨ ਡਰਾਈਵ ਵਿੱਚ ਵਾਇਰਸ ਆ ਜਾਂਦਾ ਹੈ ਤੇ ਡੇਟਾ ਕਰਪਟ ਹੋ ਜਾਂਦਾ ਹੈ, ਭਾਵ ਖਤਮ ਹੋ ਜਾਂਦਾ ਹੈ, ਜਿਸ ਨਾਲ ਤੁਹਾਡਾ ਮਹੱਤਵਪੂਰਨ ਡੇਟਾ ਦਾ ਲਾਸ ਹੁੰਦਾ ਹੈ। ਇਸ ਲਈ ਮਹੱਤਵਪੂਰਨ ਡੇਟਾ ਕੰਪਿਊਟਰ ਵਿੱਚ ਟ੍ਰਾਂਸਫਰ ਕਰਨ ਤੋਂ ਬਾਅਦ ਅਸੀਂ ਪੈਨ ਡਰਾਈਵ ਨੂੰ ਖਾਲੀ ਕਰਕੇ ਦੁਬਾਰਾ ਯੂਜ਼ ਕਰ ਸਕਦੇ ਹਾਂ, ਬਿਨਾਂ ਡੇਟਾ ਗਵਾਉਣ ਦੇ ਡਰ ਤੋਂ। ਅਲੱਗ-ਅਲੱਗ ਤਰ੍ਹਾਂ ਦੀਆਂ ਫੋਟੋਜ਼ ਨੂੰ ਅਲੱਗ-ਅਲੱਗ ਫੋਲਡਰਸ ਵਿੱਚ ਰੱਖਣਾ ਚਾਹੀਦਾ ਹੈ ਤਾਂ ਕਿ ਲੱਭਣ ਵਿੱਚ ਆਸਾਨੀ ਹੋਵੇ। ਡਾਊਨਲੋਡਸ ਵਾਲੇ ਫੋਲਡਰ ਨੂੰ ਕਲੀਨ ਕਰੋ। ਕਈ ਵਾਰ ਇੰਟਰਨੈਟ ਤੇ ਕੰਮ ਕਰਦਿਆਂ ਅਸੀਂ ਕੰਮ ਦੀ ਚੀਜ਼ ਦੇ ਨਾਲ-ਨਾਲ ਬੇਲੋੜਾ ਸਟੱਫ ਵੀ ਡਾਊਨਲੋਡ ਕਰ ਲੈਂਦੇ ਹਾਂ, ਜੋ ਹੌਲੀ-ਹੌਲੀ ਇਕੱਠਾ ਹੁੰਦਾ ਜਾਂਦਾ ਹੈ ਤੇ ਬਾਅਦ ਵਿੱਚ ਸਾਨੂੰ ਉਸ ਵਿੱਚੋਂ ਕੰਮ ਦਾ ਡਾਕੂਮੈਂਟ ਲੱਭਣਾ ਔਖਾ ਹੁੰਦਾ ਹੈ। ਇਸ ਲਈ ਸਮੇਂ-ਸਮੇਂ ਤੇ ਡਾਊਨਲੋਡਸ ਫੋਲਡਰ ਕਲੀਨ ਕਰਦੇ ਰਹੋ ਤਾਂ ਕਿ ਡਿਸਕ ਸਪੇਸ ਕੰਜ਼ਿਊਮ ਨਾ ਹੋਵੇ ਤੇ ਕੰਪਿਊਟਰ ਉੱਪਰ ਲੋਡ ਨਾ ਪਵੇ। ਫੁੱਲ ਸਿਸਟਮ ਵਾਇਰਸ ਸਕੈਨ ਮਹੀਨੇ ਵਿੱਚ ਇੱਕ ਵਾਰ ਜ਼ਰੂਰੀ ਹੈ, ਕਿਉਂਕਿ ਜਦ ਵੀ ਅਸੀਂ ਪੈਨ ਡਰਾਈਵ ਅਟੈਚ ਕਰਦੇ ਹਾਂ, ਕੋਈ ਈਮੇਲ ਅਟੈਚਮੈਂਟ ਡਾਊਨਲੋਡ ਕਰਦੇ ਹਾਂ ਜਾਂ ਇੰਟਰਨੈਟ ਤੋਂ ਕੋਈ ਵੀ ਫਾਈਲ ਡਾਊਨਲੋਡ ਕਰਦੇ ਹਾਂ ਤਾਂ ਇਹਨਾਂ ਸਭ ਨਾਲ ਵਾਇਰਸ ਵਾਲੀ ਫਾਈਲਸ ਆਉਣ ਦਾ ਖਤਰਾ ਬਣਿਆ ਰਹਿੰਦਾ ਹੈ। ਜੇਕਰ ਤੁਹਾਡੇ PC ਵਿੱਚ ਐਂਟੀਵਾਇਰਸ, ਭਾਵ ਉਹ ਸੌਫਟਵੇਅਰ ਜੋ ਵਾਇਰਸ ਰਿਮੂਵ ਕਰਦਾ ਹੈ, ਵਾਇਰਸ ਨੂੰ ਖਤਮ ਕਰਦਾ ਹੈ, ਇੰਸਟਾਲਡ ਹੋਵੇਗਾ ਤਾਂ ਤੁਹਾਡਾ ਡੇਟਾ ਹੋਰ ਵੀ ਸੇਫ ਰਹੇਗਾ। ਐਂਟੀਵਾਇਰਸ ਸੌਫਟਵੇਅਰ ਕਿਸੇ ਵੀ ਐਕਸਟਰਨਲ ਡਰਾਈਵ ਨੂੰ ਅਟੈਚ ਕਰਦੇ ਸਮੇਂ ਨਾਲ ਦੀ ਨਾਲ ਹੀ ਉਸ ਵਿੱਚੋਂ ਵਾਇਰਸ ਡਿਟੈਕਟ ਕਰਕੇ ਉਸ ਦਾ ਹੱਲ ਕਰ ਦਿੰਦੇ ਹਨ, ਉਸ ਨੂੰ ਡਿਲੀਟ ਕਰ ਦਿੰਦੇ ਹਨ ਤੇ ਨੋਟੀਫਿਕੇਸ਼ਨ ਦੇ ਕੇ ਯੂਜ਼ਰ ਨੂੰ ਅਵੇਅਰ ਕਰ ਦਿੰਦੇ ਹਨ ਕਿ ਡਰਾਈਵ ਅਟੈਚ ਕਰਨਾ ਸੇਫ ਹੈ ਜਾਂ ਨਹੀਂ। ਈਅਰਲੀ ਮੇਨਟੇਨੈਂਸ, ਸਾਲ ਵਿੱਚ ਕੀਤੇ ਜਾਣ ਵਾਲੇ ਕੰਮ। ਆਪਣੇ ਆਪਰੇਟਿੰਗ ਸਿਸਟਮ ਨੂੰ ਅਪਡੇਟ ਕਰੋ, ਭਾਵ ਵਿੰਡੋਜ਼ ਦੀ ਰਿਪੇਅਰ ਕਰਵਾਓ ਤੇ ਨਿਊ ਅਪਡੇਟਸ ਨੂੰ ਇੰਸਟਾਲ ਕਰੋ। ਇਸ ਦਾ ਫਾਇਦਾ ਇਹ ਹੈ ਕਿ ਜਦੋਂ ਤੁਸੀਂ ਕੋਈ ਅਪਡੇਟਡ, ਭਾਵ ਨਿਊ ਫੀਚਰਸ ਵਾਲਾ ਜਾਂ
ਪੁਰਾਣੇ ਫੀਚਰਸ ਵਿੱਚ ਸੁਧਾਰ ਵਾਲਾ ਆਪਰੇਟਿੰਗ ਸਿਸਟਮ ਵਰਤੋਗੇ ਤਾਂ ਤੁਹਾਡਾ PC ਵਧੇਰੀ ਕੁਸ਼ਲਤਾ ਨਾਲ ਕੰਮ ਕਰੇਗਾ। ਇਹ ਅਪਡੇਟਸ ਸਮੇਂ-ਸਮੇਂ ਤੇ ਆਏ ਹੋਏ ਵਾਇਰਸਿਸ ਦਾ ਤੋੜ ਵੀ ਹੁੰਦੀਆਂ ਹਨ। ਇੱਕ ਐਗਜ਼ਾਮਪਲ ਲੈਂਦੇ ਹਾਂ, ਜਦੋਂ ਵੀ ਕੋਈ ਬਿਮਾਰੀ ਫੈਲਦੀ ਹੈ ਤਾਂ ਉਸ ਦਾ ਸਮੇਂ-ਸਮੇਂ ਤੇ ਇਲਾਜ ਵੀ ਮਾਰਕੀਟ ਵਿੱਚ ਆਉਂਦਾ ਰਹਿੰਦਾ ਹੈ। ਉਵੇਂ ਹੀ ਇਹ ਅਪਡੇਟਸ ਹਨ ਜੋ ਬਗ ਫਿਕਸਰਸ ਹੁੰਦੀਆਂ ਹਨ, ਭਾਵ ਕਿਸੇ ਵੀ ਸਮੇਂ ਤੇ ਤੁਹਾਡੇ ਪ੍ਰੋਗਰਾਮਸ ਵਿੱਚ ਆਈਆਂ ਗਲਿਚਸ ਭਾਵ ਸਮੱਸਿਆਵਾਂ ਦਾ ਤੋੜ ਹੁੰਦੀਆਂ ਹਨ। ਆਪਣੇ ਐਂਟੀਵਾਇਰਸ ਨੂੰ ਵੀ ਐਕਸਪਾਇਰ ਹੋਣ ਤੋਂ ਪਹਿਲਾਂ ਰੀਨਿਊ ਕਰੋ, ਕਿਉਂਕਿ ਐਂਟੀਵਾਇਰਸਿਸ ਵੀ ਈਅਰਲੀ ਪੈਕੇजेस ਵਿੱਚ ਆਉਂਦੇ ਹਨ। ਇਹਨਾਂ ਨੂੰ ਵੀ ਅਪਡੇਟ ਕਰਨਾ ਜ਼ਰੂਰੀ ਹੈ। ਸੋਚ ਕੇ ਦੇਖੋ, ਕਿਆ ਕੋਈ ਹਿਊਮਨ ਬੀਇੰਗ ਕੋਈ ਮਿਸਟੇਕ ਨਹੀਂ ਕਰ ਸਕਦਾ? ਕਈ ਵਾਰ ਹਿਊਮਨ ਦੀ ਗਲਤੀ ਨਾਲ ਡੇਟਾ ਦਾ ਲਾਸ ਹੁੰਦਾ ਹੈ, ਜਾਂ ਨੈਚੁਰਲ ਡਿਜ਼ਾਸਟਰ ਜਾਂ ਕੁਦਰਤੀ ਆਫਤਾਂ ਜਿਵੇਂ ਕਿ ਹੜ੍ਹ, ਭੂਚਾਲ ਆਦਿ ਨਾਲ ਮਹੱਤਵਪੂਰਨ ਡੇਟਾ ਖਤਮ ਹੋ ਸਕਦਾ ਹੈ। ਸੋਚੋ, ਅਜਿਹੀ ਸਥਿਤੀ ਵਿੱਚ ਬੈਂਕਸ, ਹਸਪੀਟਲਸ, ਕੰਪਨੀਜ਼ ਜਿਨ੍ਹਾਂ ਨਾਲ ਆਮ ਜਨਤਾ ਭਾਵ ਕਸਟਮਰਸ ਜੁੜੇ ਹੁੰਦੇ ਹਨ, ਉਹਨਾਂ ਦੀ ਇਨਫੋਰਮੇਸ਼ਨ ਕਿਵੇਂ ਸੇਫ ਰਹਿੰਦੀ ਹੈ? ਇਹ ਸਭ ਡੇਟਾ ਬੈਕਅਪ ਦੇ ਲਾਭ ਹਨ, ਤਾਂ ਕਿ ਕਸਟਮਰਸ ਨੂੰ ਕੋਈ ਸਮੱਸਿਆ ਨਾ ਹੋਵੇ ਤੇ ਕੰਮ ਕੁਸ਼ਲਤਾਪੂਰਵਕ ਚੱਲਦਾ ਰਹੇ। ਸਪੈਮ ਨੂੰ ਅਸੀਂ ਜੰਕ ਮੇਲ ਵੀ ਕਹਿੰਦੇ ਹਾਂ। ਕਈ ਵਾਰ ਸਾਡੇ ਮੇਲ ਬਾਕਸ ਵਿੱਚ ਕੁਝ ਅਨਨੈਸੈਸਰੀ ਮੇਲਸ ਹੁੰਦੀਆਂ ਹਨ। ਅਨਨੈਸੈਸਰੀ ਮਤਲਬ ਬੇਲੋੜੀਆਂ ਮੇਲਸ ਹੁੰਦੀਆਂ ਹਨ, ਜੋ ਕਿ ਕੰਪਨੀਜ਼ ਆਪਣੇ ਪ੍ਰੋਡਕਟ ਦੀ ਐਡਵਰਟਾਈਜ਼ਮੈਂਟ ਕਰਨ ਲਈ ਵਰਤਦੇ ਹਨ। ਇਹਨਾਂ ਨੂੰ ਸਪੈਮ ਕਹਿੰਦੇ ਹਨ। ਸਾਨੂੰ ਇਹਨਾਂ ਸਪੈਮ ਨੂੰ ਰਿਸਪੌਂਡ ਨਹੀਂ ਕਰਨਾ ਚਾਹੀਦਾ, ਬਲਕਿ ਡਿਲੀਟ ਕਰਦੇ ਰਹਿਣਾ ਚਾਹੀਦਾ ਹੈ। ਬਹੁਤੀ ਵਾਰ ਇਹੋ ਜਿਹੀਆਂ ਮੇਲਸ ਦੀਆਂ ਅਟੈਚਮੈਂਟਸ ਦੇ ਵਿੱਚ ਵਾਇਰਸਿਸ ਹੁੰਦੇ ਹਨ। ਇਸ ਨੂੰ ਡਿਟੈਕਟ ਕਰਨ ਲਈ ਕਿ ਕਿਹੜੀ ਸਪੈਮ ਮੇਲ ਹੈ, ਜੀਮੇਲ ਵਿੱਚ ਆਲਰੇਡੀ ਹੀ ਅਲੱਗ ਤੋਂ ਸਪੈਮ ਮੇਲ ਦੀ ਆਪਸ਼ਨ ਹੁੰਦੀ ਹੈ, ਜਿਸ ਵਿੱਚ ਆਟੋਮੈਟਿਕਲੀ ਸਪੈਮ ਮੇਲਸ ਆ ਜਾਂਦੀਆਂ ਹਨ। ਤੇ ਕਈ ਵਾਰ ਕਈ ਈਮੇਲ ਸੌਫਟਵੇਅਰ ਸਪੈਮ ਦਾ ਫਿਲਟਰ ਵੀ ਦਿੰਦੇ ਹਨ। ਸੈਟਿੰਗਸ ਵਿੱਚੋਂ ਸਪੈਮ ਦਾ ਫਿਲਟਰ ਲਗਾ ਕੇ ਸਪੈਮ ਮੇਲਸ ਨੂੰ ਅਲੱਗ ਕੀਤਾ ਜਾ ਸਕਦਾ ਹੈ। ਆਓ ਹੁਣ ਹੱਲ ਕਰਦੇ ਹਾਂ ਅਭਿਆਸ ਦੇ ਕੁਝ ਪ੍ਰਸ਼ਨ। ਹੁਣ ਤੱਕ ਅਸੀਂ ਜੋ ਵੀ ਟੌਪਿਕਸ ਪੜ੍ਹੇ ਹਨ, ਜੋ ਵੀ ਸਿੱਖਿਆ ਹੈ, ਉਸ ਨੂੰ ਰਿਵਾਈਜ਼ ਕਰਦੇ ਹਾਂ। ਕੀ ਬਹੁਤ ਸਾਰੇ ਪ੍ਰੋਗਰਾਮ ਇੱਕੋ ਸਮੇਂ ਤੇ ਚਲਾਉਣੇ ਚਾਹੀਦੇ ਹਨ? ਅਜਿਹਾ ਕਰਨ ਨਾਲ ਕੀ ਹੁੰਦਾ ਹੈ? ਅਜਿਹਾ ਕਰਨ ਨਾਲ ਕੰਪਿਊਟਰ ਸਲੋ ਹੋ ਜਾਂਦਾ ਹੈ ਤੇ ਹੈਂਗ ਹੋ ਜਾਂਦਾ ਹੈ ਤੇ ਕਈ ਵਾਰ ਬੰਦ ਵੀ ਹੋ ਸਕਦਾ ਹੈ। ਲੈਪਟਾਪ ਨੂੰ ਸੁਰੱਖਿਅਤ ਰੱਖਣ ਲਈ ਕਿਸ ਵਿੱਚ ਪਾ ਕੇ ਰੱਖਣਾ ਚਾਹੀਦਾ ਹੈ? ਲੈਪਟਾਪ ਨੂੰ ਲੈਪਟਾਪ ਬੈਗ ਵਿੱਚ ਪਾ ਕੇ ਸੇਫ ਰੱਖ ਸਕਦੇ ਹਾਂ। ਡਿਸਕ ਕਲੀਨਰ ਕੀ ਕੰਮ ਕਰਦਾ ਹੈ? ਇਹ ਕੰਪਿਊਟਰ ਦੀ ਡਿਸਕ ਸਪੇਸ ਲੈਣ ਵਾਲੀਆਂ ਟੈਂਪਰੇਰੀ ਫਾਈਲਸ ਨੂੰ ਡਿਲੀਟ ਕਰਕੇ ਕੰਪਿਊਟਰ ਤੇ ਪੈਣ ਵਾਲੇ ਲੋਡ ਨੂੰ ਘੱਟ ਕਰਦਾ ਹੈ। ਕੀ ਵਿੰਡੋਜ਼ ਦੀ ਅਪਡੇਟ ਜ਼ਰੂਰੀ ਹੈ? ਹਾਂ, ਵਿੰਡੋਜ਼ ਨੂੰ ਅਪਡੇਟ ਕਰਨਾ ਬਹੁਤ ਜ਼ਰੂਰੀ ਹੈ। ਡੇਟਾ ਬੈਕਅਪ ਲੈਣ ਦੇ ਕਿਹੜੇ 2 ਤਰੀਕੇ ਹਨ? ਡੇਟਾ ਬੈਕਅਪ ਲੈਣ ਦੇ 2 ਤਰੀਕੇ ਹਨ: ਆਨਲਾਈਨ ਡੇਟਾ ਬੈਕਅਪ ਅਤੇ ਆਫਲਾਈਨ ਡੇਟਾ ਬੈਕਅਪ।
ਸਪੈਮ ਮੇਲ ਨੂੰ ਹੋਰ ਕੀ ਕਹਿੰਦੇ ਹਨ? ਸਪੈਮ ਮੇਲ ਨੂੰ ਜੰਕ ਮੇਲ ਵੀ ਕਿਹਾ ਜਾਂਦਾ ਹੈ। ਸਕਰੀਨ ਨੂੰ ਕਿਵੇਂ ਸਾਫ਼ ਕਰਨਾ ਚਾਹੀਦਾ ਹੈ? ਸਾਫ਼ ਅਤੇ ਸੁੱਕੇ ਕੱਪੜੇ ਦੀ ਵਰਤੋਂ ਕਰਕੇ ਸਕਰੀਨ ਨੂੰ ਸਾਫ਼ ਕਰਨਾ ਚਾਹੀਦਾ ਹੈ। ਕੀਬੋਰਡ ਨੂੰ ਸਾਫ਼ ਕਿਵੇਂ ਕਰੀਏ? ਇੱਕ ਸੌਫਟ ਬ੍ਰਸ਼ ਨਾਲ ਕੀਬੋਰਡ ਨੂੰ ਸਾਫ਼ ਕੀਤਾ ਜਾ ਸਕਦਾ ਹੈ। ਐਂਟੀਵਾਇਰਸ ਕੀ ਕੰਮ ਕਰਦਾ ਹੈ? ਇਹ ਵਾਇਰਸ ਤੋਂ ਕੰਪਿਊਟਰ ਦੇ ਡੇਟਾ ਨੂੰ ਸੁਰੱਖਿਅਤ ਰੱਖਦਾ ਹੈ। ਜੇਕਰ ਸਾਡਾ ਲੈਪਟਾਪ 100% ਚਾਰਜ ਹੋਣ ਤੋਂ ਬਾਅਦ ਵੀ ਪਲੱਗ ਵਿੱਚ ਲੱਗਾ ਰਹੇ, ਇਹ ਓਵਰਹੀਟ ਹੋ ਜਾਵੇਗਾ। ਪਿਆਰੇ ਵਿਦਿਆਰਥੀਓ, ਅੱਜ ਅਸੀਂ ਪੜ੍ਹਿਆ ਕੰਪਿਊਟਰ ਕੇਅਰ ਐਂਡ ਮੇਨਟੇਨੈਂਸ, ਕੰਪਿਊਟਰ ਦੀ ਦੇਖਭਾਲ ਅਤੇ ਸਾਂਭ ਸੰਭਾਲ ਦੇ ਢੰਗ। ਮੈਂ ਉਮੀਦ ਕਰਦੀ ਹਾਂ ਕਿ ਸਭ ਨੂੰ ਸਮਝ ਆ ਗਿਆ ਹੋਵੇਗਾ ਕਿ ਕੰਪਿਊਟਰ ਦੀ ਸਾਂਭ ਸੰਭਾਲ ਕਿੰਨੀ ਜ਼ਰੂਰੀ ਹੈ। ਧੰਨਵਾਦ।